ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਦਰਸ਼ਕਾਂ ਦੱਸਦੇ ਕਿ ਅੱਜ ਟਰੂਡੋ ਦੇ ਕੈਬਨਿਟ ਦੇ ਨਵੇਂ ਮੰਤਰੀਆਂ ਦਾ ਵਿਸਥਾਰ ਹੋਇਆ। ਬਹੁਤ ਸਾਰੇ ਨਵੇਂ ਮੰਤਰੀ ਅਜਿਹੇ ਨੇ ਜਿਨ੍ਹਾਂ ਨੂੰ ਨਵੇਂ ਅਹੁਦੇ ਦਿੱਤੇ ਗਏ ਨੇ ਤੇ ਬਹੁਤ ਸਾਰੇ ਅਹੁਦੇ ਅਜਿਹੇ ਨੇ ਜਿਹੜੇ ਕੁਝ ਮੰਤਰੀਆਂ ਤੋਂ ਖੁੱਸ ਚੁੱਕੇ ਨੇ। ਸਾਰੀ ਅਪਡੇਟ ਦੇ ਉੱਤੇ ਵਿਸਥਾਰ ਦੇ ਨਾਲ ਜਾਣਕਾਰੀ ਹਾਸਲ ਕਰਾਂਗੇ। ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਟਰੂਡੋ ਦੀ ਕੈਬਨਿਟ ਦੇ ਨਵੇਂ ਮੰਤਰੀਆਂ ਦਾ ਹੋਇਆ ਵਿਸਥਾਰ। ਕਈ ਥਾਵਾਂ ਤੇ ਭਰੇ ਗਏ ਨਵੇਂ ਮੰਤਰੀ, ਕਈਆਂ ਦਾ ਹੋਇਆ ਫੇਰਬਦਲ। ਹਰਜੀਤ ਸੱਜਣ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਇਆ। ਅਨੀਤਾ ਆਨੰਦ ਸੰਭਾਲਣਗੇ ਰੱਖਿਆ ਮੰਤਰੀ ਦਾ ਅਹੁਦਾ। ਕੈਨੇਡਾ ਨੇ ਯਾਤਰੀਆਂ ਨੂੰ ਸੈਲਫ ਟੈਸਟਿੰਗ ਕਿੱਟਾਂ ਮੁਹੱਈਆ ਕਰਵਾਉਣ ਦਾ ਕੀਤਾ ਐਲਾਨ। ਸਫ਼ਰ ਦੌਰਾਨ ਕਲੀਨਿਕ ਦੀ ਲੋੜ ਨੂੰ ਖਤਮ ਕਰਨ ਲਈ ਲਿਆ ਫੈਸਲਾ। ਜਿੱਥੇ ਖਬਰਾਂ ਵਿਸਥਾਰ ਦੇ ਨਾਲ। ਮੰਗਲਵਾਰ ਦਾ ਦਿਨ 26 ਅਕਤੂਬਰ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਟਰੂਡੋ ਦੀ ਨਵੀਂ ਕੈਬਨਿਟ ਦੇ ਵਿੱਚ ਕਿਹੜਾ ਮੰਤਰੀ ਸ਼ਾਮਿਲ ਹੋਏਗਾ, ਜਿਸ ਦੇ ਵਿੱਚ ਕਈ ਤਰ੍ਹਾਂ ਦੇ ਫੇਰਬਦਲ ਸਾਹਮਣੇ ਆਏ ਨੇ। 39 ਮਿਨਿਸਟਰ ਨਵੇਂ ਰੋਸਟਰ ਦੇ ਮੁਤਾਬਕ ਦਰਜ ਹੋਏ ਨੇ। ਪਿਛਲੇ ਰੋਸਟਰ ਤੋਂ 2 ਜ਼ਿਆਦਾ ਨੇ। ਕਈ ਨਵੇਂ ਅਹੁਦੇ ਤੇ ਕਈ ਨਵੇਂ ਚਿਹਰੇ ਬਦਲੇ ਗਏ ਨੇ। ਆਓ ਜਾਣਦੇ ਹਾਂ ਵਿਸਥਾਰ ਦੇ ਵਿੱਚ ਟਰੂਡੋ ਦੀ ਨਵੀਂ ਕੈਬਨਿਟ ਦੇ ਵਿੱਚ ਕੌਣ ਹੋਇਆ ਹੈ ਸ਼ਾਮਿਲ ਤੇ ਕੌਣ ਹੋਇਆ ਬਾਹਰ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਮੰਗਲਵਾਰ ਨੂੰ ਆਪਣੀ ਕੈਬਨਿਟ ਦੇ ਵਿੱਚ ਵੱਡਾ ਫੇਰਬਦਲ ਕਰ ਦਿੱਤਾ ਗਿਆ ਹੈ, ਕਿਉਂਕਿ ਉਹ ਪ੍ਰਧਾਨ ਮੰਤਰੀ ਵਜੋਂ ਆਪਣੇ ਤੀਜੇ ਕਾਰਜਕਾਲ ਦੌਰਾਨ ਆਪਣੀ ਲਿਬਰਲ ਘੱਟ ਗਿਣਤੀ ਸਰਕਾਰ ਲਈ ਆਪਣੀਆਂ ਪ੍ਰਮੁੱਖ ਤਰਜੀਹਾਂ ਨੂੰ ਤੇਜ਼ੀ ਨਾਲ ਪ੍ਰਦਾਨ ਕਰਨ ਲਈ ਤਿਆਰ ਨੇ। ਨਵੀਂ ਕੈਬਨਿਟ ਦੇ ਵਿੱਚ ਥੋੜੀ ਜਿਹੀ ਵੱਡੀ ਲਾਈਨਅਪ ਹੈ, ਜਿਸ ਦੇ ਵਿੱਚ 9 ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਨੇ। 3 ਦੀ ਕਟੌਤੀ ਕੀਤੀ ਗਈ ਹੈ। ਜ਼ਿਆਦਾਤਰ ਹੋਰ ਸੀਨੀਅਰ ਮੰਤਰੀਆਂ ਨੂੰ ਨਵੇਂ ਅਹੁਦਿਆਂ ਤੇ ਭੇਜਿਆ ਗਿਆ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਕਦਮਾਂ ਦੇ ਵਿੱਚ ਇੱਕ ਹੈ ਫੌਜ ਦੇ ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਨਜਿੱਠਣ ਲਈ ਭਾਰੀ ਆਲੋਚਨਾ ਦਾ ਸ਼ਿਕਾਰ ਹੋਣ ਵਾਲੇ ਮੰਤਰੀ ਹਰਜੀਤ ਸੱਜਣ ਦਾ ਅਹੁਦਾ, ਜੋ ਕੌਮਾਂਤਰੀ ਵਿਕਾਸ ਦੇ ਵਿੱਚ ਇੱਕ ਨਵਾਂ ਅਹੁਦਾ ਸੰਭਾਲਣ ਲਈ ਰੱਖਿਆ ਪੋਰਟਫੋਲੀਓ ਜਿਹੜੇ ਨੇ ਉਹ ਛੱਡ ਰਹੇ ਨੇ। ਅਨੀਤਾ ਆਨੰਦ, ਜਿਨ੍ਹਾਂ ਨੇ ਜਨਤਕ ਸੇਵਾਵਾਂ ਤੇ ਖਰੀਦ ਮੰਤਰੀ ਦੇ ਵਜੋਂ ਮਹਾਮਾਰੀ ਦੌਰਾਨ ਟੀਕਿਆਂ ਦਾ ਚਾਰਜ ਸੰਭਾਲਿਆ ਸੀ, ਸੰਕਟ ਨਾਲ ਜੂਝ ਰਹੇ ਰਾਸ਼ਟਰੀ ਰੱਖਿਆ ਦੇ ਵਿੱਚ ਅਹੁਦਾ ਸੰਭਾਲਣਗੇ। ਇਸ ਅਹੁਦੇ ਦੀ ਅਗਵਾਈ ਕਰਨ ਵਾਲੀ ਉਹ ਦੂਜੀ ਮਹਿਲਾ ਹੈ। 2019 ਦੀ ਸਿਆਸਤ ਦੇ ਵਿੱਚ ਕੁੱਦਣ ਤੋਂ ਪਹਿਲਾਂ ਕਿਊਬੇਕ ਦੇ ਵਿੱਚ ਇੱਕ ਉੱਘੇ ਵਾਤਾਵਰਣ ਪ੍ਰੇਮੀ ਸਟੀਵਨ ਗਲਬਰਟ ਜੋਨਾਥਨ ਵਿਲਕਨਸਨ ਤੋਂ ਵਾਤਾਵਰਣ ਪੋਰਟਫੋਲੀਓ ਲੈਣ ਲਈ ਕੈਨੇਡੀਅਨ ਹੈਰੀਟੇਜ ਛੱਡ ਰਹੇ ਨੇ, ਜੋ ਕੁਦਰਤੀ ਸਰੋਤਾਂ ਵੱਲ ਵਧ ਰਹੇ ਨੇ। ਜੇਨ ਏ ਡਕਲੌਸ ਖਜ਼ਾਨਾ ਬੋਰਡ ਦੇ ਮੁਖੀ ਤੋਂ ਸਿਹਤ ਪੋਰਟਫੋਲੀਓ ਵੱਲ ਚਲੇ ਗਏ ਨੇ। ਮੈਲੈਨੀ ਜੋਲੀ ਵੀ ਵੱਡੇ ਫੇਰਬਦਲ ਦੇ ਵਿੱਚ ਸ਼ਾਮਿਲ ਹੈ, ਜੋ ਕਿ ਪਹਿਲਾਂ ਆਰਥਿਕ ਵਿਕਾਸ ਮੰਤਰੀ ਸੀ ਤੇ ਪਿਛਲੇ ਮਹੀਨੇ ਲਿਬਰਲ ਦੀ ਚੋਣ ਮੁਹਿੰਮ ਦੀ ਕੋ-ਚੇਅਰ ਸੀ। ਨੂੰ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਨਿਯੁਕਤ ਕੀਤਾ ਗਿਆ ਸੀ। ਟਰੂਡੋ ਦੇ 6 ਸਾਲ ਪਹਿਲਾਂ ਅਹੁਦਾ ਸੰਭਾਲਣ ਤੋਂ ਬਾਅਦ ਉਹ 5ਵੇਂ ਵਿਦੇਸ਼ ਮੰਤਰੀ ਬਣ ਗਏ। ਉਹਨਾਂ ਮਾਰਗਾਰਨੀਓ ਦੇ ਨਾਲ 2 ਹੋਰ ਮੰਤਰੀ ਲੰਬੇ ਸਮੇਂ ਤੋਂ ਮੰਤਰੀ ਮੰਡਲ ਦਾ ਹਿੱਸਾ ਨਹੀਂ ਰਹੇ, ਜਿਨ੍ਹਾਂ ਦੇ ਵਿੱਚ ਪ੍ਰਦੀਸ਼ ਚੱਗੜ, ਜੋ ਡਾਇਵਰਸਿਟੀ ਤੇ ਇਨਕਲੂਸ਼ਨ ਮੰਤਰੀ ਰਹੇ ਨੇ, ਤੇ ਜਿਮ ਕੈਰ, ਜੋ ਪ੍ਰੈਰੀਜ਼ ਦੇ ਲਈ ਟਰੂਡੋ ਦੇ ਵਿਸ਼ੇਸ਼ ਪ੍ਰਤੀਨਿਧੀ ਵਜੋਂ ਸੇਵਾ ਨਿਭਾਉਂਦੇ ਰਹੇ ਨੇ। ਕੈਂਸਰ ਨਾਲ ਪੀੜਤ ਹੋਣ ਤੋਂ ਬਾਅਦ ਆਪਣਾ ਅਹੁਦਾ ਜਿਹੜਾ ਉਹ ਛੱਡ ਗਏ। ਕੈਬਨਿਟ ਟੇਬਲ ਦੇ ਨਵੇਂ ਚਿਹਰਿਆਂ ਦੇ ਵਿੱਚ ਸਾਬਕਾ ਪ੍ਰਸਾਰਕ ਤੇ ਟੋਰਾਂਟੋ ਤੋਂ MP ਮਰਸੀ ਆਇਨ, ਜੋ ਲਿੰਗ ਸਮਾਨਤਾ ਮੰਤਰੀ ਬਣੇ ਨੇ। ਨੋਵਾ ਸਕੋਸ਼ੀਆ MP ਸ਼ੌਨ ਫਰੇਜ਼ਰ, ਜੋ ਇਮੀਗ੍ਰੇਸ਼ਨ ਪੋਸਟ ਸੰਭਾਲਦੇ ਨੇ। ਐਡਮਿੰਟਨ MP ਰੈਂਡੀ ਬਵਾਸਟਨ, ਜੋ ਸੈਰ ਸਪਾਟਾ ਤੇ ਸਹਿਯੋਗੀ ਵਿੱਤ ਮੰਤਰੀ ਵਜੋਂ ਸ਼ਾਮਿਲ ਹੋਏ ਨੇ। ਤੇ ਨਵੇਂ ਚੁਣੇ ਗਏ MP ਤੇ ਸਾਬਕਾ ਯੂਨੀਅਨ ਲੀਡਰ ਪਾਸਕਲ ਸਟ੍ਰੋਇਓ ਔਂਜ, ਜੋ ਕਿ ਖੇਡ ਤੇ ਕਿਊਬੇਕ ਆਰਥਿਕ ਵਿਕਾਸ ਮੰਤਰੀ ਲਈ ਅਹੁਦਾ ਸੰਭਾਲਣਗੇ। ਸਾਬਕਾ ਹਾਊਸ ਲੀਡਰ ਪਾਬਲੋ ਰੋਡਰਿਗਜ਼, ਜਿਸ ਨੇ ਲਿਬਰਲਾਂ ਦੀ ਆਖਰੀ ਘੱਟ ਗਿਣਤੀ ਸਰਕਾਰ ਦੁਆਰਾ ਏਜੰਡੇ ਨੂੰ ਅੱਗੇ ਵਧਾਇਆ ਸੀ, ਕੈਨੇਡੀਅਨ ਹੈਰੀਟੇਜ ਦੀ ਅਗਵਾਈ ਕਰਨਗੇ, ਜਿਸ ਅਹੁਦੇ ਤੇ ਉਹ ਪਹਿਲਾਂ ਟਰੂਡੋ ਦੇ ਪਹਿਲੇ ਫਤਵੇ ਦੌਰਾਨ ਰਹੇ ਸੀ। ਟਰੂਡੋ ਦੀ ਆਖਰੀ ਕੈਬਨਿਟ ਵਿੱਚ ਸਿਰਫ 10 ਮੰਤਰੀ ਹੀ ਰਹੇ ਸਨ, ਜਿਨ੍ਹਾਂ ਦੇ ਵਿੱਚ ਨਿਆਂ ਮੰਤਰੀ ਡੇਵਿਡ ਲੈਮੇਟੀ, ਰੋਜ਼ਗਾਰ ਮੰਤਰੀ ਕਾਰਲਾ ਕੁਐਲਟਰੋ ਤੇ ਇਨੋਵੇਸ਼ਨ ਮੰਤਰੀ ਫ੍ਰੈਂਕਸ ਫਿਲਿਪ ਸ਼ਾਮਿਲ ਨੇ। ਟਰੂਡੋ ਹਾਲਾਂਕਿ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਕ੍ਰਿਸਟੀਆ ਫਰੀਲੈਂਡ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਵਜੋਂ ਆਪਣੀ ਦੋਹਰੀ ਭੂਮਿਕਾ ਨਿਭਾਉਣਗੇ। ਨਵੇਂ ਰੋਸਟਰ ਦੇ ਮੁਤਾਬਕ ਟਰੂਡੋ ਸਮੇਤ 39 ਮੰਤਰੀ ਸ਼ਾਮਿਲ ਕੀਤੇ ਗਏ ਨੇ। ਉਹਨਾਂ ਦੀ ਪਿਛਲੀ ਕੈਬਨਿਟ ਨਾਲੋਂ 2 ਜ਼ਿਆਦਾ ਨੇ। ਇਹ ਕੈਬਨਿਟ ਦੇ ਵਿੱਚ ਮਰਦਾਂ ਤੇ ਔਰਤਾਂ ਦੀ ਬਰਾਬਰਤਾ ਗਿਣਤੀ ਦੇ ਵਿੱਚ ਨਿਯੁਕਤ ਕਰਨ ਲਈ ਟਰੂਡੋ ਦੀ ਵਚਨਬੱਧਤਾ ਨੂੰ ਕਾਇਮ ਰੱਖਦਾ ਹੈ। ਟਰੂਡੋ ਨੇ ਸਾਬਕਾ ਸਮਾਜਿਕ ਵਿਕਾਸ ਮੰਤਰੀ ਅਹਿਮਦ ਹੁਸੈਨ ਦੀ ਅਗਵਾਈ ਦੇ ਵਿੱਚ ਇੱਕ ਵੱਖਰੇ ਪੋਰਟਫੋਲੀਓ ਵਜੋਂ ਹਾਊਸਿੰਗ ਬਣਾਉਣ ਸਮੇਤ ਕਈ ਨਵੇਂ ਮੰਤਰਾਲੇ ਬਣਾਏ ਨੇ। ਉਹਨਾਂ ਇੱਕ ਨਵੀਂ ਪੇਂਡੂ ਆਰਥਿਕ ਵਿਕਾਸ ਪੋਸਟ ਬਣਾਈ ਹੈ, ਜਿਸ ਦੀ ਅਗਵਾਈ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦੇ MP ਗੋਡੇ ਹਚਿੰਗਸ ਕਰਨਗੇ, ਜਿਸ ਨੂੰ ਲਿਬਰਲ ਬੈਂਕ ਬੈਚ ਤੋਂ ਤਰੱਕੀ ਦਿੱਤੀ ਗਈ ਹੈ। ਐਮਰਜੈਂਸੀ ਦੀ ਤਿਆਰੀ ਨੂੰ ਇੱਕ ਵੱਖਰੇ ਮੰਤਰਾਲੇ ਵਜੋਂ ਤਿਆਰ ਕੀਤਾ ਗਿਆ ਸੀ, ਜਿਸ ਦੀ ਅਗਵਾਈ ਬਿਲ ਬਲੇਅਰ ਕਰਨਗੇ, ਜੋ ਕਿ ਮਹਾਰਾਣੀ ਦੀ ਪ੍ਰੀਵੀ ਕਾਉਂਸਲ ਦੇ ਪ੍ਰਧਾਨ ਵੀ ਨੇ। ਮਾਰਕੋ ਮੈਨੀਚੇਨੋ ਨੇ ਪਬਲਿਕ ਸੇਫਟੀ ਦੇ ਵਿੱਚ ਬਲੇਅਰ ਦੀ ਪਿਛਲੀ ਭੂਮਿਕਾ ਸੰਭਾਲਣ ਲਈ ਇਮੀਗ੍ਰੇਸ਼ਨ ਛੱਡ ਦਿੱਤਾ।
ਟਰੂਡੋ ਨੇ ਕੈਰੋਲਿਨ ਬੈਨੇਟ ਦੀ ਅਗਵਾਈ ਦੇ ਵਿੱਚ ਮਾਨਸਿਕ ਸਿਹਤ ਤੇ ਨਸ਼ਾਖੋਰੀ ਦਾ ਇੱਕ ਵੱਖਰਾ ਮੰਤਰਾਲਾ ਵੀ ਬਣਾਇਆ ਹੈ। ਮਾਰਕ ਮਿਲਰ ਕਰਾਊਨ ਇੰਡੀਜਨਸ ਰਿਲੇਸ਼ਨ ਵਿਖੇ ਬੈਨੇਟ ਸਾਬਕਾ ਅਹੁਦਾ ਸੰਭਾਲ ਰਹੇ ਨੇ, ਜਦੋਂ ਕਿ ਸਾਬਕਾ ਸਿਹਤ ਮੰਤਰੀ ਪੈਰੀ ਹਾਈਡੂ ਨੇ ਸਵਦੇਸ਼ੀ ਸੇਵਾਵਾਂ ਦੇ ਵਿੱਚ ਮਿਲਰ ਤੋਂ ਅਹੁਦਾ ਸੰਭਾਲਿਆ। 22 ਨਵੰਬਰ ਨੂੰ ਸੰਸਦ ਦੀ ਵਾਪਸੀ ਤੋਂ ਪਹਿਲਾਂ ਮੰਤਰੀਆਂ ਦੇ ਕੋਲ ਆਪਣੀਆਂ ਨਵੀਆਂ ਭੂਮਿਕਾਵਾਂ ਨੂੰ ਨਿਪਟਾਉਣ ਦੇ ਲਈ ਲਗਭਗ 1 ਮਹੀਨਾ ਹੋਵੇਗਾ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋर्ट। एनआई नहीं रक्षा मंत्राला काफ़ी अहम मुद्दा से जिसनूं बदल दिता गया है। प्रधानमंत्री जस्टिन ट्रूडो ने साबका प्रोक्योरमेंट मिनिस्टर नूं कैनेडा के नवे रक्षा मंत्री वजों नवाजिया है। अनीता आनंद हुण रक्षा मंत्रालय की वागडोर संभालणगे। आनंद कैनेडा की रक्षा मंत्री बनने वाली दूजी औरत है। विरोधी पार्टियां माहरां ते पीड़तां नूं सहयोग दिंदे ग्रुपां दे वल्लों मंग कीती जा रही सी कि हरजीत सज्जन नूं इस अहुदे तो हटाया जाए, क्योंकि मिलिटरी दे विच चल रहे इस वाद विवाद नूं सामभण दे विच ओह काफ़ी असफल रहे ने। सत श्री अकाल जी, इस वेले दी वड्डी खबर दे उत्ते नज़र पा लैने आ जी। मंगलवार नूं प्रधानमंत्री जस्टिन ट्रूडो अपने नवे मंत्रीमंडल दा खुलासा करनगे और ये गल बार बार कही जा रही सी और इंतजार भी किया जा रहा सी। सो ये खुलासा हो चुका है। ये भी किते ना किते चर्चा छिड़ी हुई सी कि इस बारी वड्डा फेरबदल देखने नूं मिल सकदा है। इस वड्डे फेरबदल दी जे गल करिए तां प्रधानमंत्री जस्टिन ट्रूडो ने साबका प्रोक्योरमेंट मिनिस्टर नूं कैनेडा दे नवे रक्षा मंत्री वजों नवाजिया। जी हाँ, रक्षा मंत्री बदल चुके ने। कैनेडा दे अनीता आनंद हुण रक्षा मंत्रालय की जिहड़ी वागडोर है वो सांभणगे, क्योंकि मिलिटरी के सीनियर मैंबरां नूं लैके सामने आए कई तरह दी घटनावां नाल जुड़े इल्जामां दा सामना जिस तरीके नाल ट्रूडो सरकार ने हैंडल किया और उस विच काफ़ी नखेदी भी सरकार की किते ना किते हो रही सी। खास करके विरोधी पार्टियां माहरां ते पीड़तां नूं सहयोग दिंदे ग्रुपां दे वल्लों ये मंग की जा रही सी कि हरजीत सज्जन नूं इस अहुदे तो हटाया जाए। काफ़ी समय तो जिहड़ा ये वाद विवाद चल रहा सी, क्योंकि मिलिटरी दे विच चल रहे इस वाद विवाद नूं सामभण दे विच ओह असफल रहे ने। इसे लई ये वड्डा फेरबदल किया गया है। अनीता आनंद कैनेडा की रक्षा मंत्री बनने वाली दूजी औरत हुण बन चुके ने और ये भी कंसोवां किते ना किते लगियां होईयां सन कि इस वार जिहड़े ने ओह रक्षा मंत्रालय दे विच कुछ बदलाव देखने नूं मिल सकदा है। सो ये वड्डी अपडेट है इस वेले दी कि जिहड़े रक्षा मंत्री ने ओह बदल चुके ने। हरजीत सज्जन नूं काफ़ी तरह के पिछले वाद विवाद का सामना करना पिया सी, जिस करके ये अज कैबिनेट दे विच जदों अनाउंसमेंट हो रही सी, कैबिनेट मंत्री जिहड़े बहुत सारे ऐलाने जाने ने उन्हां दे विच कई मंत्रियों के अहुदे खुसन जा रहे हैं, जिन्हां दे विच हरजीत सज्जन का नाम भी शामिल है। और यह कहा जा रहा है कि अनीता आनंद ने जिस तरीके नाल कोविड मौके वागडोर संभाली है, कोविड का जिहड़ा समान सी, चाहे PPE किट्स होण या फिर होर समान, वो सारा जिस तरीके नाल अनीता आनंद दे वल्लों हैंडल किया गया उस दे विच काफ़ी ज़्यादा उन्हां दी शलाघा की गई सी। सो अनीता आनंद नूं ये अहुदा हुण सौंप दिता गया है। ये इस वेले दी वड्डी ब्रेकिंग न्यूज़। बाकी दी खबरां लई जुड़े रहो चैनल पंजाबी दे नाल। BC सरकार दे वल्लों क्लीन रोड मैप तैयार किया गया, जिसका मकसद है BC दे विच प्रदूषण नूं घटाउणा ते क्लाइमेट चेंज के मुद्दे ते काम करना। इस प्रोजैक्ट के लिए सूबा सरकार दे वल्लों हर तबके तो सहयोग की मांग भी की जा रही है। इस दे विच क्लीन BC रोड मैप दे विच की कुछ होएगा खास, किवें ये करेगा अपना काम, इसलिए गल करदे हां MLA अमन सिंह दे नाल। सो प्रदूषण एक बहुत बड़ा मुद्दा है। वातावरण दे विच जिस तरीके नाल बहुत सारे बदलाव आ रहे हैं, खास करके क्लाइमेट चेंज, इस सब BC दे विच एक बहुत बड़ा मुद्दा है। इसलिए सूबा सरकार दे वल्लों BC जिहड़ा वो एक रोड मैप, क्लीन BC रोड मैप लिआंदा गया। इस रोड मैप दे विच की कुछ होएगा, अमन सिंह जी जिहड़े ने MLA वो साडे नाल जुड़े हुए हैं, उन्हां नाल इस संबंधी गलबात असीं करदे हां। सो अमन सिंह जी, सब तो पहलां तां तुहाडे तों यही जानना चाहांगे भी जिहड़ा ये क्लीन BC रोड मैप तैयार किया गया सूबा सरकार दे वल्लों, ये किवें अपना काम करेगा, की कुछ इस दे विच खास तब्दीली की जा रही है? देखो जी, इस समर सारे अपैरेंट हो गया कि क्लाइमेट चेंज जो है आ नहीं रहा, आ गया ऑलरेडी। बिल्कुल बिल्कुल। जिन्नी गर्मी हुई सी 50-50 डिग्रीज लगातार 3-4 दिन, ਜਿਹੜੀਆਂ ਵਾਈਲਡ ਫਾਇਰਸ ਅਗੇਨ ਅਨਪ੍ਰੈਸਿਡੈਂਟਡ ਵਾਈਲਡ ਫਾਇਰ ਸਿਰਫ ਦੇਖੋ ਸਿਰਫ ਕੈਨੇਡਾ ਵਿੱਚ ਨਹੀਂ, यूरोप टर्की फ्लडिंग हुई, यूरोप फ्लडिंग हुई, पिछले साल तुसीं देखिया आस्ट्रेलिया एक साइड ते पूरे महीने सदर्न आस्ट्रेलिया अग लगी रही, तो उस तो बाद फिर फ्लडिंग हुई। ये ਜਿਹੜੇ एक्सट्रीम वैदर इवेंट्स ने ਇਹ ਜਾ ਨਹੀਂ ਰਹੇ, ਸਗੋਂ ਵੱਧ ਰਹੇ ਨੇ। ਸੋ ਕਲਾਈਮੇਟ ਇਮਰਜੈਂਸੀ ਜੋ ਹੈਗੀ ਵੀ ਹੈਵ ਟੂ ਐਡਰੈਸ ਦੈਟ। 2018 ਵਿੱਚ BC ਗਵਰਨਮੈਂਟ ਨੇ ਅਸੀਂ ਕਲੀਨ BC ਜਿਹੜਾ ਸਭ ਤੋਂ ਨਾਰਥ ਅਮਰੀਕਾ ਵਿੱਚ ਸਭ ਤੋਂ ਪ੍ਰੋਗਰੈਸਿਵ ਪਲਾਨ ਸੀਗਾ ਕਲਾਈਮੇਟ ਦਾ, ਅਸੀਂ ਉਹ ਇੰਟਰੋਡਿਊਸ ਕੀਤਾ ਸੀਗਾ। ਤੇ ਇਹ ਪਰ ਜਿਹੜੇ ਇੰਟਰਵੀਨਿੰਗ 3 ਸਾਲਾਂ ਵਿੱਚ
ਇਹ ਪਤਾ ਤਿੰਨ ਚਾਰ ਚੀਜ਼ਾਂ ਹੋਈਆਂ ਹਾਂਜੀ ਜੀ ਦੋ ਬਿਲਕੁਲ ਮੇਨ ਚੀਜ਼ਾਂ ਹੋਈਆਂ ਤੇ ਇੱਕ apparent ਹੋ ਗਿਆ ਵੀ ਇਹ ਆਪਾਂ ਕਲਾਈਮੇਟ ਐਮਰਜੈਂਸੀ ਚ ਹੈਗੇ ਆ ਆਪਾਂ ਇਹ ਤੋਂ ਹਟ ਨਹੀਂ ਸਕਦੇ we have to do something ਦੂਸਰੀ ਇਹ ਗੱਲ ਹੋਈ ਕਿ ਟੈਕਨੋਲੋਜੀ ਜੋ ਹੈਗੀ ਹੈ ਰੀਨਿਊਏਬਲ ਐਨਰਜੀ ਦੀ ਟੈਕਨੋਲੋਜੀ ਗ੍ਰੀਨ ਐਨਰਜੀ ਟੈਕਨੋਲੋਜੀ ਉਹ ਵੀ ਕਾਫੀ ਸਪੀਡ ਦੇ ਨਾਲ ਵਧ ਰਹੀ ਹੈ ਤੁਸੀਂ ਯਾਦ ਕਰੋਗੇ 1990 ਦੇ 90s ਵਿੱਚ ਤੇ 2000s ਵਿੱਚ ਕੰਪਿਊਟਰਸ ਕਿਸ ਤਰ੍ਹਾਂ ਐਕਸਪੋਨੈਂਸ਼ੀਅਲੀ ਕੰਪਿਊਟਰ ਦੀ ਟੈਕਨੋਲੋਜੀ ਵਧ ਰਹੀ ਸੀਗੀ ਆਪਾਂ ਹੁਣ ਵੀਡੀਓ ਕਾਲ ਕਰ ਰਹੇ ਹਾਂ ਇਹ 20 ਸਾਲ ਪਹਿਲਾਂ 25 ਸਾਲ ਪਹਿਲਾਂ ਇਹਦੀ ਕੋਈ this was almost impossible ਹੁਣ ਅਸੀਂ we're connected to, so in the same way just like computer technology exponentially grow hoyi sigi I think there's something called Moore's law that talks about that usse tarah green technology भी काफी grow हो रही है so jira kal premier Horgan te minister of environment George Hammond ne announce kita plan it's a progressive plan it's a adaptable plan so jo bhi nami technology aayegi we'll be able to adapt it and see where it goes so it's we call it a roadmap map kyunki map hungue there's 8 different sectors that we're looking at electrification देखो हुन electric vehicles काफी वध रही हैं ਸਾਡੇ ਕੋਲ ਕਾਫੀ ਬੋਲਡ ਪਲਾਨ ਹੈਗਾ BC ਚ ਖਾਸੀ ਹੈਗੀ ਕਿ ਆਪਣੇ ਕੋਲ ਜਿਹੜੀ clean electricity ਹੈਗੀ hydro electricity it's abundant right we have big dams we produce we're a net exporter of electricity so we're taking advantage of that ਤੇ 2424 ਤੱਕ ਅਸੀਂ we're bring by 2030 set up a plan hai gaya we will have constructed 10,000 public EV charging stations private gas stations they're also doing their own thing but this is public EV stations you know really expanding that 2030 tak 90% ਜਿਹੜੀਆਂ vehicles ਹੈਗੇ ਆ ਉਹ electric vehicles zero emission vehicles ਹੋ ਗਏ 2035 ਤੋਂ ਬਾਅਦ ਜਿਹੜੀਆਂ cars ਹੈਗੇ ਆ gas cars ਹੋ ਗਏ ਨਹੀਂ we'll just have electric vehicles so that'll you know vehicles are dusri gal transportation ech as we focus cars and individual self-driving so we're taking it away from that and encouraging active transportation biking walking wherever you can public transportation we're really pushing that as well buildings dekho puraniya buildings hai gaye aise hun ithe bhi ho raha hai but ਨਵੀਆਂ ਬਿਲਡਿੰਗਸ ਜਿਹੜੀਆਂ ਬਿਲਡ ਹੋ ਗਈਆਂ ਤੇ ਪੁਰਾਣੀਆਂ ਬਿਲਡਿੰਗਸ retrofit ਹੋ ਗਈਆਂ to make that more environmentally sensitive to make them more environmentally feasible taking things away from gas to heat our houses with electric heat pumps actually you can do that right now when we see electric heat pump on it's much more efficient than gas or baseboards or electric heating ਤੇ ਹੀਟ ਪੰਪ ਦੀ ਇਹ ਐਡਵਾਂਟੇਜ ਹੈਗੀ ਹੈ ਕਿ ਨਾ ਕਰਕੇ ਸਰਦੀਆਂ 'ਚ ਹੀਟ ਕਰਦਾ ਹੈ ਪਰ ਉਹੀ ਸਮਰ 'ਚ ਤੁਹਾਨੂੰ ਕੂਲ ਡਾਊਨ ਵੀ ਕਰੋਗੇ ਤੇ ਵਰਕ ਐਸ 에ਅਰ ਕੰਡੀਸ਼ਨ ਐਸ ਵੈਲ ਤੁਸੀਂ ਦੇਖੋਗੇ ਆਪਣੇ ਇੰਡੀਆ 'ਚ ਕਾਫੀ ਚੱਲਦੇ ਨੇ ਹੀਟ ਪੰਪਸ ਜਿਹੜਾ ਰੈਕਟੈਂਗੂਲਰ ਹੁੰਦਾ ਹੈ ਤੇ ਬਾਹਰ ਕੰਪਰੈਸਰ ਹੁੰਦਾ ਹੈ those are very very efficient so we're pushing for that there's a rebate for that ਜੇ ਤੁਸੀਂ ਆਪਦੀ furnace ਨੂੰ ਬੰਦ ਕਰਕੇ heat pumps ਹੋਣੇ you can get a rebate for that so not only are we pushing that but we're also making sure that it's affordable as well ਜਿਹੜੀ ਕਾਰਬਨ ਪ੍ਰਾਈਸਿੰਗ ਦੀ ਇਫੈਕਟਸ ਹੈਗੇ ਨੇ lower income to middle income families से बहुत affect ना होवे so we're offering rebates and credits on that as well ਇਹ ਤੋਂ ਇਲਾਵਾ oil and gas subsidies ਜਿਹੜੀਆਂ ਹੈਗੀਆਂ ਆ we've already started ਅਸੀਂ independent panel set ਕੀਤੀ ਹੈ ਕਿਉਂਕਿ ਅਸੀਂ fossil fuels ਤੋਂ it's one of the biggest polluters right so ਇਹ ਟਾਰਗੇਟ ਹੈਗੀ ਹੈ ਵੀ 2030 ਤੱਕ 75% emission methane ਦੀ emission ਦੋ ਗ੍ਰੀਨ ਹਾਊਸ ਗੈਸਸ ਹੈਗੀਆਂ ਆ ਜਿਹੜੀਆਂ ਹੀਟ ਨੂੰ ਅਫੈਕਟ ਕਰਦੀਆਂ ਇੱਕ ਤਾਂ ਕਾਰਬਨ ਡਾਈਆਕਸਾਈਡ ਹੈਗੀ ਹੈ ਰਾਈਟ ਤੇ ਦੂਸਰੀ ਜਿਹੜੀ ਜ਼ਿਆਦੀ that has a greater effect is methane from gas so ਸਾਡੀ ਇਹ ਟਾਰਗੇਟ ਹੈਗੀ ਹੈ ਵੀ ਇਹ ਲੈਜਿਸਲੇਟਡ ਟਾਰਗੇਟਸ ਹੈਗੇ ਆ 2030 ਤੱਕ 75% ਮੈਥੇਨ ਦੀ ਜਿਹੜੀ ਐਮਿਸ਼ਨ ਹੈਗੀ ਆ ਉਹ ਕੱਟ ਹੋ ਜੂਗੀ ਇਹ ਤੋਂ ਇਲਾਵਾ ਅਸੀਂ ਇੰਡੀਪੈਂਡੈਂਟ ਪੈਨਲ ਸੈੱਟ ਕੀਤੀ ਹੈ ਜਿਹੜੀ ਫੈਬਰੀ ਸਾਨੂੰ ਰਿਪੋਰਟ ਦੇਊਗੀ ਵੀ ਜਿਹੜੀਆਂ almost you know ਕਈ ਸਦੀਆਂ ਤੋਂ ਸਬਸਿਡੀਜ਼ ਤੇ ਰਾਇਲਟੀਜ਼ ਆਇਲ ਐਂਡ ਗੈਸ ਤੇ ਫੋਸਲ ਫਿਊਲ ਕੰਪਨੀਆਂ ਨੂੰ ਜਾ ਰਹੀਆਂ ਆ ਤੇ ਉਹ ਅਨਕਵਰ ਕਰਨ ਲਈ ਵੀ ਵਾਕਈ ਕਿੱਥੇ ਰਾਇਲਟੀ ਕਿੱਥੇ ਜਾ ਰਹੀ ਹੈ ਸਬਸਿਡੀ ਕਿੱਥੇ ਜਾ ਰਹੀ ਹੈ ਗਵਰਨਮੈਂਟ ਕਿਸ ਤਰ੍ਹਾਂ ਉਹਨਾਂ ਨੂੰ ਐਡਵਾਂਟੇਜ ਦੇ ਰਹੀ ਹੈ ਉਹ ਸਾਰਾ ਦੇਖਣ ਲਈ so that we can challenge those subsidies ਅਸੀਂ ਇੰਡੀਪੈਂਡੈਂਟ ਪੈਨਲ ਸੈੱਟ ਕੀਤੀ ਜਿਹੜੀ ਐਸ ਫੈਬਰੀ 2022 ਨੂੰ ਪੂਰੀ ਰਿਪੋਰਟ ਦੋਗੀ ਐਕਸਪਲੋਰੇਟਰੀ ਰਿਪੋਰਟ ਦੋਗੀ ਤਾਂ ਉਹ ਬਦਲ ਰੱਖਦੇ ਹਾਂ ਅਸੀਂ ਫਿਰ ਪਾਲਿਸੀਜ਼ ਬਣਾਉਂਗੇ ਸਬਸਿਡੀਜ਼ ਤੇ ਰਾਇਲਟੀਜ਼ ਨੂੰ ਚੇਂਜ ਕਰਨ ਲਈ so it's a very aggressive roadmap ਹੁਣ ਕਿਉਂ ਬਣਾਇਆ ਕੱਲ ਅਨਾਉਂਸਮੈਂਟ ਕਿਉਂ ਹੋਈ ਕਿਉਂਕਿ ਪ੍ਰੀਮੀਅਰ ਹੋਰਗਨ ਤੇ ਮਿਨਿਸਟਰ ਆਫ এনवायरमेंट ਜੋਰਜ ਹੇਮਨ ਸਰ
ਇਹ ਗਲਾਸਗੋ ਸਕਾਟਲੈਂਡ ਜਾ ਰਹੇ ਨੇ ਕਿਉਂਕਿ ਉੱਥੇ ਕਾਫੀ ਵੱਡੀ ਇੰਟਰਨੈਸ਼ਨਲ ਕੋਪ ਕਾਨਫਰੰਸ ਹੋ ਰਹੀ ਹੈ এনवायरमेंट ਦੀ ਤੇ we wanted to showcase that we are really leaders in the environment in green technology and renewables. And it's very important right now ਕਿਉਂਕਿ ਤੁਸੀਂ ਸਾਰੀਆਂ ਵੱਡੀਆਂ ਕੰਪਨੀਆਂ ਤੇ ਵੱਡੇ ਇਨਵੈਸਟਮੈਂਟ ਫੰਡਸ ਨੂੰ ਦੇਖਦੇ ਨੇ ਟ੍ਰਿਲੀਅਨਸ ਆਫ ਡਾਲਰਸ ਆ ਰਹੇ ਉਹ ਸਿਰਫ ਹੁਣ ਪ੍ਰੋਫਿਟ ਲਾਸ ਨਹੀਂ ਦੇਖਦੇ ਉਹ ਦੋ ਤਿੰਨ ਹੋਰ ਚੀਜ਼ਾਂ ਦੇਖਦੇ ਉਹ ਸੋਸ਼ਲ ਇੰਪੈਕਟ ਦੇਖਦੇ ਨੇ ਤੇ ਸਭ ਤੋਂ ਬਿਗੇਸਟ এনवायरमेंटल ਇੰਪੈਕਟ ਦੇਖਦੇ ਨੇ ਸੋ ਜਿਹੜੀ ਇਨਵੈਸਟਮੈਂਟ ਕਮਿਊਨਿਟੀ ਹੈਗੀ ਹੈ they're looking for jurisdictions ਜਿੱਥੇ ਉਹ ਇਨਵੈਸਟ ਕਰ ਸਕਣ renewable energy ਜਿੱਥੇ ਉਹ ਇਨਵੈਸਟ ਕਰ ਸਕਣ environmentally conscious energy government ਦੇ ਨਾਲ so we're really hoping that this will be a showcase plan and we get that attention. ਬਿਲਕੁਲ ਸੋ ਹੋਰ ਵੀ ਬਹੁਤ ਸਾਰੀਆਂ ਐਸੋਸੀਏਸ਼ਨਸ ਨੇ ਜਿਸ ਤਰੀਕੇ ਨਾਲ ਟਰਾਂਸਲਿੰਕ ਨੇ ਵੀ ਕਿਹਾ ਵੀ ਸੂਬਾ ਸਰਕਾਰ ਨੂੰ ਅਸੀਂ ਪੂਰਾ ਸਹਿਯੋਗ ਦੇਵਾਂਗੇ ਔਰ ਇਸ ਤੋਂ ਇਲਾਵਾ ਵਾਹਨਾਂ ਸੰਬੰਧੀ ਕਹਿ ਸਕਦੇ ਹਾਂ ਇਲੈਕਟ੍ਰੋਨਿਕ ਵਾਹਨ ਜਿਹੜੇ ਨੇ ਉਹਨਾਂ ਸੰਬੰਧੀ ਲੋਕ ਅਮਨਦੀਪ ਜੀ ਕਾਫੀ ਜ਼ਿਆਦਾ ਜਿਹੜੇ ਨੇ ਸੁਚੇਤ ਹੁੰਦੇ ਜਾ ਰਹੇ ਨੇ ਲੋਕਾਂ ਨੂੰ ਪਤਾ ਚੱਲ ਰਿਹਾ ਵੀ ਕੀ ਨਫੇ ਨੁਕਸਾਨ ਨੇ ਇਸ ਚੀਜ਼ ਦੇ ਇਹ ਸਹਿਯੋਗ ਕਿਤੇ ਨਾ ਕਿਤੇ ਸੂਬਾ ਸਰਕਾਰ ਨੂੰ ਮਿਲ ਹੀ ਰਿਹਾ ਹੁਣ ਜਿਹੜਾ ਇਹ BC ਕਲੀਨ ਰੋਡ ਮੈਪ ਜਿਹੜਾ ਜਾਰੀ ਕੀਤਾ ਗਿਆ ਇਹ ਰੋਡ ਮੈਪ ਆਪਣਾ ਕੰਮ ਕਿਵੇਂ ਕਰੇਗਾ ਕਿਹੜੇ ਸੈਕਟਰਾਂ 'ਚ ਕਰੇਗਾ ਔਰ ਸਭ ਤੋਂ ਵੱਡੀ ਗੱਲ ਹੈ ਵੀ ਲੋਕਾਂ ਦਾ ਸਹਿਯੋਗ ਤਾਂ ਮਿਲ ਹੀ ਰਿਹਾ ਇਸ ਦੇ ਨਾਲ ਨਾਲ ਜਦੋਂ ਇਹ ਰੋਡ ਮੈਪ ਬਣਾਉਣਾ ਸੀਗਾ ਉਸ ਵੇਲੇ ਸੂਬਾ ਸਰਕਾਰ ਦੇ ਸਾਰੇ ਮੈਂਬਰਾਂ ਦਾ ਵੀ ਇੱਕ ਹੀ ਰੋਡ ਮੈਪ ਨੂੰ ਕਲੀਨ ਚਿੱਟ ਦੇਣਾ ਔਰ ਕਹਿ ਸਕਦੇ ਹਾਂ ਵੀ ਉਹਦੇ 'ਚ ਪੂਰੇ ਤਰੀਕੇ ਨਾਲ ਸਾਰਿਆਂ ਦਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਚੀਜ਼ ਸੀ ਸੋ ਕਿਵੇਂ ਇਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਬਿਲਕੁਲ ਸੋ ਅਗੇਨ ਲੈਜਿਸਲੇਟਿਵ ਟਾਰਗੇਟਸ ਹੋ ਗਿਆ ਸੋ ਗਵਰਨਮੈਂਟ ਦੋ ਤਰੀਕੇ ਦੇ ਨਾਲ ਇੰਪਲੀਮੈਂਟ ਕਰ ਸਕਦੀ ਹੈ ਇੱਕ ਤਾਂ ਲੈਜਿਸਲੇਸ਼ਨ ਦੇ ਨਾਲ ਕਿਉਂਕਿ ਜਿਹੜੀ ਵੀ ਨਵੀਂ ਇੰਡਸਟਰੀ ਆਉਂਦੀ ਹੈ ਜਾਂ ਨਵੀਂ ਕੋਈ ਪ੍ਰੋਜੈਕਟ ਆਉਂਦੀ ਹੈ ਜਿਹਦਾ ਇਨਵਾਇਰਮੈਂਟਲ ਇੰਪੈਕਟ ਜ਼ਿਆਦਾ ਹੋਗਾ ਇਟ ਹੈਜ਼ ਟੂ ਗੋ ਥਰੂ ਐਨ ਇਨਵਾਇਰਮੈਂਟਲ ਅਸੈਸਮੈਂਟ ਪ੍ਰੋਸੈਸ ਹੈਜ਼ ਟੂ ਗੈਟ ਗਵਰਨਮੈਂਟ ਅਪਰੂਵਲ ਸੋ ਉਸ ਤੇ ਜੋ ਵੀ ਨਵੀਂ ਪ੍ਰੋਜੈਕਟ ਆਏਗੀ ਉਹਨਾਂ ਨੂੰ ਇਹ ਸ਼ੋਅ ਕਰਨਾ ਪੜੇਗਾ ਕਿ ਉਹ ਇਹ ਸਾਡੇ ਟਾਰਗੇਟਸ ਵਿੱਚ ਫਿਟ ਕਰਦੀ ਹੈ ਦੂਸਰੇ ਤਰ੍ਹਾਂ ਇਨਵੈਸਟਮੈਂਟ ਵਿੱਚ ਸੋ ਜਿਸ ਮੈਂ ਗੱਲ ਕੀਤੀ ਹੈ ਸਾਡਾ ਜਿਹੜਾ ਇਲੈਕਟ੍ਰੋਨਿਕ ਹਾਈਵੇ ਹੈਗਾ ਆ ਮੇਕਿੰਗ ਦੀ ਇਲੈਕਟ੍ਰੋਨਿਕ 10,000 ਨਿਊ EV ਚਾਰਜਿੰਗ ਸਟੇਸ਼ਨਸ promoting the sale of EV vehicles with rebates right for that ਇਸ ਤਰ੍ਹਾਂ ਇਹ ਤੋਂ ਇਲਾਵਾ ਬਿਲਡਿੰਗਸ ਨੂੰ ਜਿਹੜੀਆਂ ਬਿਲਡਿੰਗਸ ਨੂੰ ਰੈਟਰੋਫਿਟ ਕਰਨਾ ਤੇ ਉਹਨਾਂ ਨੂੰ ਇਨਕਰੇਜ ਕਰਨਾ ਮੋਰ environmentally sensitive equipment use ਕਰਨਾ ਲਾਈਕ ਹੀਟ ਪੰਪਸ ਤੇ ਉਹਨਾਂ ਦੇ ਵਿੱਚ ਆਮ ਲੋਕੀ ਜਿਹੜੇ ਲੋਅਰ ਮਿਡਲ ਇਨਕਮ ਫੈਮਿਲੀਜ਼ ਹੈਗੇ ਉਹਨਾਂ ਨੂੰ ਰੀਬੇਟਸ ਦੇਣਾ ਸੋ ਦੇ ਕੈਨ ਡੂ ਦੋਜ਼ ਕਾਈਂਡਸ ਆਫ ਥਿੰਗ ਇਹ ਤੋਂ ਇਲਾਵਾ ਨਵੀਆਂ ਬਿਲਡਿੰਗਸ ਜਿਹੜੀਆਂ ਸੈੱਟ ਹੋ ਰਹੀਆਂ ਆ ਉਹਨਾਂ ਵਿੱਚ ਵੀ ਹੀਟ ਤੇ ਕੂਲ escape ਨਾ ਹੋਣ mass timber ਜਿਹੜੀ which is much more environmentally effective ਇਹ ਤੋਂ ਇਲਾਵਾ ਪਬਲਿਕ ਟਰਾਂਸਪੋਰਟੇਸ਼ਨ ਨੂੰ ਸਟ੍ਰੈਸ ਦੇਣਾ ਤੇ ਨਵੇਂ ਜੋ ਇਨਫਰਾਸਟ੍ਰਕਚਰ ਟਰਾਂਸਪੋਰਟੇਸ਼ਨ ਦੇ ਇਨਫਰਾਸਟ੍ਰਕਚਰ ਹੈਗੇ ਨੇ ਉਹਨਾਂ ਨੂੰ ਐਕਟਿਵ ਟਰਾਂਸਪੋਰਟੇਸ਼ਨ ਵੀ ਤੁਸੀਂ ਇਹ ਨਾ ਹੋ ਵੀ ਤੁਸੀਂ 2 ਘੰਟਿਆਂ ਬੱਸ 'ਚ ਫਸੇ ਰਹੋ ਮੇਕ ਇਟ ਸੋ ਦੈਟ ਯੂ ਗੈਟ ਫਰਮ ਵਨ ਪਲੇਸ ਟੂ ਅਨਦਰ ਇਨ ਅ ਬੱਸ ਐਂਡ ਦੈਟ ਯੂ ਕੈਨ ਬਾਈਸਾਈਕਲ ਪਾਰਟ ਆਫ ਦ ਵੇ ਔਰ ਵਾਕ ਪਾਰਟ ਆਫ ਦ ਵੇ ਰਾਈਟ ਸੋ it's a real change in how we look at things ਜੀ ਬਿਲਕੁਲ ਅਮਨਦੀਪ ਜੀ ਥੈਂਕ ਯੂ ਸੋ ਮਚ ਇਸ ਸਾਰੀ ਤਮਾਮ ਜਾਣਕਾਰੀ ਨੂੰ ਸਾਂਝਾ ਕਰਨ ਦੇ ਲਈ ਬਿਲਕੁਲ ਜੀ ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਕੋਵਿਡ-19 ਟੈਸਟਿੰਗ ਦੇ ਲਈ ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨ ਇੱਕ ਨਵਾਂ ਬਦਲ ਪੇਸ਼ ਕਰਨ ਜਾ ਰਹੀ ਹੈ ਅਜਿਹਾ ਸਫ਼ਰ ਦੌਰਾਨ ਕਲੀਨਿਕ ਦੀ ਲੋੜ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ ਹੈ ਸੋਮਵਾਰ ਨੂੰ 에ਅਰਲਾਈਨ ਨੇ ਐਲਾਨ ਕੀਤਾ ਕਿ ਉਹ ਪੋਰਟੇਬਲ ਐਂਟੀਜਨ ਟੈਸਟ ਕਿਟਸ ਤਿਆਰ ਕਰੇਗੀ ਜਿਨ੍ਹਾਂ ਨੂੰ ਦੇਸ਼ ਛੱਡਣ ਦੇ ਸਮੇਂ ਯਾਤਰੀ ਖਰੀਦ ਕੇ ਆਪਣਾ ਕੋਵਿਡ-19 ਟੈਸਟ ਜਿਹੜਾ ਉਹ ਕਰਵਾ ਸਕਦੇ ਨੇ ਕੰਪਨੀ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਆਖਿਆ ਗਿਆ ਹੈ ਕਿ ਕੈਨੇਡਾ ਸਰਕਾਰ ਦੀਆਂ ਕੋਵਿਡ-19 ਟੈਸਟ ਕਰਵਾਉਣ ਸੰਬੰਧੀ ਸ਼ਰਤਾਂ ਨੂੰ ਪੂਰਾ ਕਰਨ ਦੇ ਲਈ ਯਾਤਰੀ ਕੈਨੇਡਾ ਆਉਣ ਤੋਂ ਪਹਿਲਾਂ ਇਹ ਕਿੱਟਾਂ ਖਰੀਦ ਕੇ ਆਪਣਾ ਟੈਸਟ ਕਰ ਸਕਦੇ ਨੇ ਤੇ ਉਹਨਾਂ ਨੂੰ ਕੋਵਿਡ-19 ਟੈਸਟ ਕਰਵਾਉਣ ਦੇ ਲਈ ਕੋਈ ਕਲੀਨਿਕ ਲੱਭਣ ਦੀ ਲੋੜ ਵੀ ਨਹੀਂ ਹੋਵੇਗੀ ਇਹ ਟੈਸਟ ਜਿਹੜਾ ਉਹ ਸਵਿਚ ਹੈਲਥ ਦੇ ਵੱਲੋਂ ਟੈਲੀ ਹੈਲਥ ਪ੍ਰੋਫੈਸ਼ਨਲ ਦੀ ਰਿਮੋਟ ਨਿਗਰਾਨੀ ਹੇਠ ਕੀਤੇ ਜਾਣਗੇ ਤੇ ਇਹਨਾਂ ਦੀ ਇਲੈਕਟ੍ਰੋਨਿਕ ਜਿਹੜੀ ਰਿਪੋਰਟ ਦੇ ਨਾਲ ਯਾਤਰੀ ਨੂੰ ਮਿਲ ਜਾਏਗੀ ਜੋ ਉਹਨਾਂ ਦੇ ਟਰੈਵਲ ਦੇ ਵਿੱਚ ਕੰਮ ਆਏਗੀ ਹਰੇਕ ਕਿਟ ਦੀ ਜਿਹੜੀ ਕੀਮਤ ਹੈ ਉਹ ਟੈਕਸ ਸਮੇਤ $149 ਹੋਵੇਗੀ ਤੇ 에ਅਰੋਪਲੇਨ ਮੈਂਬਰਸ ਦੇ ਲਈ ਡਿਸਕਾਊਂਟ ਵੀ ਉਪਲਬਧ ਹੋਵੇਗਾ ਇਹ ਐਲਾਨ ਉਸ ਸਮੇਂ ਆਇਆ ਜਦੋਂ ਕੈਨੇਡਾ ਮੁਕੰਮਲ ਵੈਕਸੀਨੇਸ਼ਨ ਵਾਲਿਆਂ ਨੂੰ ਕੌਮਾਂਤਰੀ ਟਰੈਵਲ ਸ਼ੁਰੂ ਕਰਨ ਦੀ ਇਜਾਜ਼ਤ ਤੇ ਪੈਨ ਕੈਨੇਡੀਅਨ ਵੈਕਸੀਨ ਪਾਸਪੋਰਟ ਸ਼ੁਰੂ ਕਰਨ ਤੇ ਗੈਰ ਜ਼ਰੂਰੀ ਟਰੈਵਲ ਤੋਂ ਪਾਬੰਦੀਆਂ ਹਟਾਉਣ ਜਾ ਰਿਹਾ ਹੈ ਜੋ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਬਰ ਤੁਹਾਡੇ ਲਈ ਲੈ ਕੇ ਐਡਮਿੰਟਨ ਸ਼ਹਿਰ ਤੋਂ ਹਾਜ਼ਰ ਹਾਂ ਜੀ
ਦੇਖੋ ਦੁਨੀਆ ਭਰ ਦੇ ਵਿੱਚ ਪਹਿਲਾਂ ਕੋਵਿਡ-19 ਦੀ ਵੈਕਸੀਨ ਬਾਰੇ ਇਹ ਕਿਹਾ ਜਾ ਰਿਹਾ ਸੀ ਵੀ ਛੇਤੀ ਵੈਕਸੀਨ ਡਿਵੈਲਪ ਹੋਵੇ। ਬਹੁਤ ਸਾਰੀਆਂ ਕੰਪਨੀਆਂ ਇਸ ਦੌੜ ਦੇ ਵਿੱਚ ਲੱਗੀਆਂ ਕਿ ਵੈਕਸੀਨ ਡਿਵੈਲਪ ਕੀਤੀ ਜਾਵੇ। ਫਿਰ ਉਹਦੇ ਜਿਹੜੇ ਰਿਜ਼ਲਟ ਸੀਗੇ ਜੀ, ਟੈਸਟ ਜਿਹੜੇ ਕੀਤੇ ਗਏ ਔਰ ਫਿਰ ਵੈਕਸੀਨ ਤਿਆਰ ਕੀਤੀਆਂ ਗਈਆਂ। ਦੁਨੀਆ ਭਰ ਦੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਵੈਕਸੀਨ ਖਰੀਦੀਆਂ ਔਰ ਆਪਣੇ ਸ਼ਹਿਰੀਆਂ ਲਈ ਉਹ ਵੈਕਸੀਨ ਪ੍ਰੋਵਾਈਡ ਕੀਤੀ। ਖਾਸ ਕਰਕੇ ਕੈਨੇਡਾ ਦੇ ਵਿੱਚ ਜਿਹੜੀ ਆ ਵੈਕਸੀਨ ਫੈਡਰਲ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਵੀ ਸਾਰੇ ਲੋਕਾਂ ਨੂੰ ਉਪੜਾਈ ਜਾਵੇ ਔਰ ਬਹੁਤ ਹੱਦ ਤੱਕ ਉਹ ਕਾਮਯਾਬੀ ਹੋਈ। ਪਰ ਇੱਥੇ ਵੀ ਕੁਝ ਲੋਕ ਅਜਿਹੇ ਸੀਗੇ ਜੀ ਜਿਹੜੇ ਕੁਝ ਗਲਤ ਜਾਣਕਾਰੀ ਕਰਕੇ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਕੋਈ ਜਾਣਕਾਰੀ ਮਿਲੀ ਤੇ ਉਹ ਵੈਕਸੀਨ ਦੇ ਟੀਕੇ ਲਵਾਉਣ ਤੋਂ ਮੁਨਕਰ ਹੋਣ ਲੱਗ ਪਏ। ਪਰ ਸਰਕਾਰਾਂ ਨੇ ਜਿਹੜੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਉਹਨਾਂ ਨੇ ਮੁਹਿੰਮ ਚਲਾਈ ਲੋਕਾਂ ਨੂੰ ਜਾਣਕਾਰੀ ਦੇਣ ਦੀ, ਇੱਥੋਂ ਤੱਕ ਕਿ ਇਨਾਮ ਵੀ ਦਿੱਤੇ ਗਏ ਕਿ ਭਾਈ ਤੁਸੀਂ ਟੀਕੇ ਲਵਾਓ, ਤੁਹਾਨੂੰ $100 ਵੀ ਦਿੱਤਾ ਜਾਏਗਾ। ਅਲਬਰਟਾ ਦੇ ਵਿੱਚ ਇਹ ਗੱਲ ਹੋਈ ਹੈ। ਮਿਲੀਅਨ ਡਾਲਰ ਦੇ ਇਨਾਮ ਰੱਖੇ, ਡਰਾ ਕੱਢੇ ਗਏ ਫਿਰ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਤੁਸੀਂ ਟੀਕੇ ਲਗਵਾ ਲਓ। ਇਹ ਤਾਂ ਆਮ ਵਿਅਕਤੀ ਸੀਗੇ ਜੀ। ਪਰ ਆ ਹੁਣ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਕਿ ਅਲਬਰਟਾ ਦੇ 4 ਡਾਕਟਰ ਨੇ, 2 ਤੇ ਫੈਮਿਲੀ ਫਿਜ਼ੀਸ਼ੀਅਨ ਨੇ, ਇੱਕ ਉਹਨਾਂ ਦੇ ਵਿੱਚੋਂ ਐਨਸਥੀਸੀਓਲੋਜਿਸਟ ਹੈਗਾ ਔਰ ਇੱਕ ਪੀਡੀਆਟ੍ਰਿਕ ਨਿਊਰੋਲੋਜਿਸਟ ਆ, ਜਿਨ੍ਹਾਂ ਨੇ ਇਹ ਜਿਹੜਾ ਜੀ ਇੱਕ ਕਿਸਮ ਦਾ ਕੇਸ ਕਰ ਦਿੱਤਾ ਅਲਬਰਟਾ ਹੈਲਥ ਸਰਵਿਸਿਜ਼ ਤੇ ਕਿ ਭਾਈ ਤੁਸੀਂ ਇਹ ਇੱਕ ਕਿਸਮ ਦੀ ਸਾਡੇ ਤੇ ਅਸਾਲਟ ਕਰ ਰਹੇ ਆ। ਉਹਨਾਂ ਦੇ ਵਕੀਲ ਨੇ ਗੱਲ ਕਹੀ ਹੈ ਜੀ ਵੀ ਇਹ ਜਿਹੜਾ ਉਹਨਾਂ ਨੇ ਧਮਕੀ ਦਿੱਤੀ ਗਈ ਹੈ ਅਲਬਰਟਾ ਹੈਲਥ ਸਰਵਿਸਿਜ਼ ਵੱਲੋਂ ਵੀ ਤੁਹਾਨੂੰ 1 ਮਹੀਨਾ ਦਿੱਤਾ ਗਿਆ। ਜਿਹੜੇ ਉਹਨਾਂ ਨੇ ਸਾਰੇ EMPLOYEES ਆ ਉਹਨਾਂ ਨੂੰ ਕਿਹਾ ਵੀ ਤੁਸੀਂ ਟੀਕੇ ਲਗਵਾ ਲਓ ਨਵੰਬਰ ਦੇ ਅਖੀਰ ਤੱਕ, ਉਦੋਂ ਬਾਅਦ ਨਹੀਂ ਤੁਹਾਨੂੰ ਛੁੱਟੀ ਕਰ ਦਿੱਤੀ ਜਾਏਗੀ ਜਾਂ ਤੁਹਾਨੂੰ ਬਿਨਾਂ ਤਨਖਾਹ ਤੋਂ ਘਰ ਬੈਠਣਾ ਪੈਦਾ। ਉਹ ਕਹਿੰਦੇ ਜੀ ਇਹ ਵੀ ਉਹ ਇੱਕ ਕਿਸਮ ਦਾ ਕੌਂਟਰੈਕਟ ਬਦਲ ਰਹੇ ਨੇ ਔਰ ਆਪਣੇ ਵੱਲੋਂ ਹੀ ਬਦਲ ਰਹੇ ਆ। ਸੋ ਉਹਨਾਂ ਨੇ ਕੋਰਟ ਕਚਹਿਰੀ ਦਾ ਦਰਵਾਜ਼ਾ ਖੜਕਾਤਾ ਔਰ ਕੇਸ ਕਰ ਦਿੱਤਾ ਜੀ ਵੀ ਅਸੀਂ ਵੈਕਸੀਨ ਜਿਹੜੀ ਆ ਉਹ ਟੀਕੇ ਨਹੀਂ ਲਗਵਾਉਣੇ। ਸੋ ਹੁਣ ਆਉਣ ਵਾਲਾ ਸਮਾਂ ਜਿਹੜਾ ਜੀ ਉਹ ਦੱਸੇਗਾ ਕਿ ਕੋਰਟ ਡਿਸਾਈਡ ਕਰੇਗੀ ਕਿ ਵਾਕਈ ਉਹ ਠੀਕ ਨੇ ਜਾਂ ਜਿਹੜੇ ਅਲਬਰਟਾ ਹੈਲਥ ਸਰਵਿਸਿਜ਼ ਹੈ ਜਾਂ ਲੋਕਾਂ ਦੀ ਸਿਹਤ ਜਿਹੜੀ ਆ ਉਹ ਇੰਪੋਰਟੈਂਟ ਹੈ ਰਾਦਰ ਦੈਨ ਵੀ ਕੁਝ ਵਿਅਕਤੀ ਜਿਹੜੇ ਇਹ ਕਹਿ ਰਹੇ ਵੀ ਲਓ ਜੀ ਅਸੀਂ ਟੀਕੇ ਨਹੀਂ ਲਗਵਾਉਣੇ। ਤਾਂ ਹੋ ਸਕਦਾ ਦੇਖੋ ਜਿੱਥੇ ਉਹ ਆਪ ਬਿਮਾਰ ਹੋਣ ਉੱਥੇ ਕਿਸੇ ਹੋਰ ਨੂੰ ਵੀ ਕਰ ਸਕਦੇ। ਸੋ ਉਹਦੇ 'ਚ ਉਹਨਾਂ ਦੀ ਇਕੱਲਿਆਂ ਦੀ ਇਹ ਇੰਡੀਪੈਂਡੈਂਸ ਨਹੀਂ ਰਹਿ ਜਾਂਦੀ, ਦੂਸਰਿਆਂ ਲੋਕਾਂ ਬਾਰੇ ਵੀ ਸੋਚਣਾ ਪਏਗਾ। ਖੈਰ ਹੁਣ ਕੋਰਟ ਦੇ ਸਾਹਮਣੇ ਗੱਲ ਚਲੀ ਗਈ ਹੈ ਤਾਂ ਇਹਦਾ ਫੈਸਲਾ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਏਗਾ। ਪਰ ਉਹਨਾਂ 4 ਡਾਕਟਰਾਂ ਨੇ ਅਲਬਰਟਾ ਹੈਲਥ ਸਰਵਿਸਿਜ਼ ਨੂੰ ਸੂ ਕਰ ਦਿੱਤਾ ਹੈ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਜਰਾ ਅੱਗੇ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਦੀ ਗੱਲ ਅੱਜ ਦੀ। ਜਦੋਂ ਆਪਾਂ ਟਰੈਵਲ ਕਰਦੇ ਹਾਂ, ਜਦੋਂ ਦੀਆਂ ਪਾਬੰਦੀਆਂ ਹੁਣ ਹਟੀਆਂ ਆ ਤਾਂ ਉਹਦੇ ਬਾਅਦ ਕੋਵਿਡ ਦਾ ਟੈਸਟ ਇੱਕ ਬਹੁਤ ਵੱਡੀ ਸਮੱਸਿਆ ਬਣੀ ਆ। ਜਦੋਂ ਬੰਦਾ ਕੈਨੇਡਾ ਨੂੰ ਛੱਡ ਕੇ ਬਾਹਰ ਕਿਸੇ ਦੇਸ਼ ਦੇ ਵਿੱਚ ਜਾਂਦਾ ਉਹਨੂੰ ਇੱਥੋਂ ਟੈਸਟ ਕਰਾਉਣਾ ਪੈਂਦਾ, ਉਹ ਇੱਕ ਵੱਖਰੀ ਗੱਲ ਆ। ਪਰ ਜਦੋਂ ਉਹਨੇ ਵਾਪਸ ਕੈਨੇਡਾ ਆਉਣਾ ਹੁੰਦਾ ਉਸ ਵੇਲੇ ਉਹਨੂੰ ਫਿਰ ਕਰੋਨਾ ਦਾ ਟੈਸਟ ਕਰਾਉਣਾ ਪੈਂਦਾ। ਕੈਨੇਡਾ ਦੇ ਵਿੱਚ ਰਹਿਣ ਵਾਲੇ ਕੈਨੇਡੀਅਨ ਨੂੰ ਪਤਾ ਹੁੰਦਾ ਕਿ ਉਹਨੇ ਟੈਸਟ ਕਿੱਥੋਂ ਕਰਾਉਣਾ, ਉਹ ਕਿਸੇ ਨੂੰ ਪੁੱਛ ਦੱਸ ਕੇ ਇੱਥੋਂ ਟੈਸਟ ਕਰਾ ਲੈਂਦਾ ਕਿਉਂਕਿ ਉਹਦਾ ਆਪਣਾ ਦੇਸ਼ ਆ। ਪਰ ਜਦੋਂ ਬਾਹਰਲੇ ਦੇਸ਼ ਤੋਂ ਵਾਪਸ ਉਹਨੇ ਕੈਨੇਡਾ ਆਉਣਾ ਹੁੰਦਾ, ਆਪਾਂ ਨੂੰ ਉਸ ਦੇਸ਼ ਦੇ ਵਿੱਚ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਕਿਹੜੇ ਕਲੀਨਿਕ ਤੋਂ ਟੈਸਟ ਕਰਾਇਆ ਜਾਵੇ, ਕਿਹੜਾ ਟੈਸਟ ਵੈਲਿਡ ਆ, ਕਿਹਨੂੰ ਮਾਨਤਾ ਪ੍ਰਾਪਤ ਔਰ ਕਿਹਨੂੰ ਏਅਰਪੋਰਟ ਦੇ ਉੱਤੇ ਮੰਨ ਲਿਆ ਜਾਊਗਾ। ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਅੱਜ ਜਿਹੜੇ ਲੋਕ ਕੈਨੇਡਾ ਤੋਂ ਬਾਹਰ ਜਾ ਰਹੇ ਆ ਉਹਨਾਂ ਨੂੰ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਇੱਕ ਪ੍ਰੋਗਰਾਮ ਏਅਰ ਕੈਨੇਡਾ ਨੇ ਸ਼ੁਰੂ ਕੀਤਾ। ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਆ ਏਅਰ ਕੈਨੇਡਾ। ਇਹਨੇ 25 ਅਕਤੂਬਰ ਨੂੰ ਜਾਣੀ ਕਿ ਸੋਮਵਾਰ ਨੂੰ ਕੱਲ੍ਹ ਇੱਕ ਅਨਾਊਂਸਮੈਂਟ ਕੀਤੀ ਆ ਕਿ ਅਸੀਂ ਕੋਵਿਡ-19 ਦਾ ਸੈਲਫ ਟੈਸਟਿੰਗ ਪ੍ਰੋਡਕਟ, ਮਤਲਬ ਉਹ ਪ੍ਰੋਡਕਟ ਤੁਹਾਨੂੰ ਦੇਣ ਲੱਗੇ ਆ ਜਿਹੜਾ ਤੁਸੀਂ ਆਪਣੇ ਆਪ ਹੀ ਟੈਸਟ ਕਰ ਸਕਦੇ ਆ। ਸਵਿਚ ਹੈਲਥ ਇੱਕ ਕੈਨੇਡੀਅਨ ਬੇਸਡ ਹੈਲਥ ਕੇਅਰ ਕੰਪਨੀ ਆ, ਟੋਰਾਂਟੋ ਬੇਸਡ ਹੈਲਥ ਕੇਅਰ ਕੰਪਨੀ ਆ, ਉਹਦੇ ਨਾਲ ਮਿਲ ਕੇ ਏਅਰ ਕੈਨੇਡਾ ਨੇ ਇੱਕ ਕਿੱਟ ਤਿਆਰ ਕੀਤੀ ਆ। ਤੁਹਾਨੂੰ ਇੱਕ ਕਿੱਟ ਦੇ ਦੇਣੀ ਆ ਕਿ ਕਿੱਟ ਆਪਣੇ ਨਾਲ ਲੈ ਜਾਓ। ਜਦੋਂ ਤੁਸੀਂ ਵਾਪਸ ਕੈਨੇਡਾ ਆਉਣਾ ਤੇ ਉਸ ਵੇਲੇ ਉਸ ਕਿੱਟ ਦੇ ਨਾਲ ਹੀ ਟੈਸਟ ਕਰਕੇ 45 ਮਿੰਟਾਂ ਦੇ ਵਿੱਚ ਰਿਜ਼ਲਟ ਤੁਹਾਡੇ ਕੋਲ ਹੋਊਗਾ ਤੇ ਤੁਸੀਂ ਕੈਨੇਡਾ ਦੇ ਵਿੱਚ ਆ ਸਕਦੇ ਆ। ਜਿਹੜੀ ਪੋਰਟੇਬਲ ਸੈਲਫ ਐਡਮਿਨਿਸਟ੍ਰੇਟਡ ਕੋਵਿਡ-19 ਮੋਲੀਕੂਲਰ ਤੇ ਐਂਟੀਜਨ ਟੈਸਟ ਕਿੱਟ ਦੋਵੇਂ ਤਰ੍ਹਾਂ ਦੀਆਂ
ਕੁਝ ਦੇਸ਼ ਜਿਹੜੇ ਆ ਉਹ ਐਂਟੀਜਨ ਟੈਸਟ ਨੂੰ ਮੰਨਦੇ ਆ, ਜਿਵੇਂ ਅਮਰੀਕਾ ਆ ਉੱਥੇ ਐਂਟੀਜਨ ਟੈਸਟ ਸਸਤਾ ਹੁੰਦਾ, ਸੌਖਾ ਹੁੰਦਾ, ਉਹਨੂੰ ਮਾਨਤਾ ਦੇ ਦਿੰਦੇ ਆ। ਕੁਝ ਕੰਟਰੀਜ਼ ਹੈਗੀਆਂ ਮੋਲੀਕੂਲਰ ਟੈਸਟ ਮੰਗਦੀਆਂ, ਜਿੱਦਾਂ ਇੰਡੀਆ ਹੈ। ਕੈਨੇਡਾ ਤੋਂ ਕਿਸੇ ਨੇ ਇੰਡੀਆ ਜਾਣਾ ਤਾਂ ਮੋਲੀਕੂਲਰ ਟੈਸਟ ਕਰਾਉਣਾ ਜ਼ਰੂਰੀ ਹੈ। ਹੁਣ ਇਹ ਦੋਵੇਂ ਤਰ੍ਹਾਂ ਦੀ ਕਿੱਟ ਉਹਨਾਂ ਨੇ ਤਿਆਰ ਕਰ ਲਈ ਆ ਤੇ ਲੋਕਾਂ ਨੂੰ ਦੇਣ ਲੱਗੇ ਆ। ਜਿਹੜੇ ਵੀ ਕੈਨੇਡੀਅਨ, ਤੁਹਾਨੂੰ ਪਤਾ ਕਿ 5 ਸਾਲ ਤੋਂ ਜ਼ਿਆਦਾ ਉਮਰ ਵਾਲੇ ਆ, ਉਹਨਾਂ ਨੂੰ ਨੈਗੇਟਿਵ ਮੋਲੀਕੂਲਰ ਟੈਸਟ ਦੇਣਾ ਪੈਂਦਾ ਜਦੋਂ ਉਹਨਾਂ ਨੇ ਵਾਪਸ ਕੈਨੇਡਾ ਦੇ ਵਿੱਚ ਆਉਣਾ ਆ। ਤੇ ਇਹ ਜਿਹੜੀ ਸਕਰੀਨਿੰਗ ਆ, ਜਿਹੜਾ ਟੈਸਟ ਆ, ਇਹ ਪਬਲਿਕ ਹੈਲਥ ਸਰਵਿਸ ਦੁਆਰਾ ਕਵਰ ਨਹੀਂ ਕੀਤੀ ਜਾਂਦੀ। ਤਾਂ ਰੀ ਐਂਟਰੀ ਦੇ ਲਈ ਜਿਹੜੇ ਰੈਜ਼ੀਡੈਂਟਸ ਨੇ ਇੱਥੋਂ ਦੇ, ਉਹਨਾਂ ਦੀ ਚਿੰਤਾ ਹੁੰਦੀ ਹੈ ਕਿ ਟੈਸਟ ਕਿੱਥੋਂ ਕਰਾਇਆ ਜਾਵੇ। ਬਹੁਤ ਸਾਰੀਆਂ ਜਿਹੜੇ ਦੇਸ਼ ਹੈਗੇ ਆ ਉਹ ਟਰੈਵਲਰ ਨੂੰ ਕਹਿੰਦੇ ਆ ਕਿ ਕੋਵਿਡ-19 ਦਾ ਨੈਗੇਟਿਵ ਟੈਸਟ ਦਿਓ, ਭਾਵੇਂ ਤੁਹਾਡੀ ਵੈਕਸੀਨ ਲੱਗੀ ਆ ਜਾਂ ਨਹੀਂ ਲੱਗੀ, ਜੇ ਤੁਸੀਂ ਦੇਸ਼ ਦੇ ਵਿੱਚ ਜਾਣਾ ਆ। ਜਿਹੜੀਆਂ ਸਾਰੇ ਦੇਸ਼ ਆ ਉਹ ਮੋਲੀਕੂਲਰ ਟੈਸਟ ਨਹੀਂ ਮੰਗਦੇ। ਕੁਛ ਜਿਹੜੇ ਆ, ਜਿੱਦਾਂ ਯੂਨਾਈਟਿਡ ਸਟੇਟਸ ਆ, ਉਹ ਰੈਪਿਡ ਐਂਟੀਜਨ ਟੈਸਟ ਉਹਨੂੰ ਹੀ ਮਾਨਤਾ ਦੇ ਦਿੰਦਾ। ਤੇ ਹੁਣ ਜਿਹੜੇ ਲੋਕ ਵਾਪਸ ਏਅਰ ਕੈਨੇਡਾ ਦੇ ਵਿੱਚ ਫਲਾਈ ਕਰਨਗੇ, ਉਹਨਾਂ ਨੂੰ ਇੱਕ ਪੋਰਟੇਬਲ ਸੈਲਫ ਐਡਮਿਨਿਸਟ੍ਰੇਟਡ ਟੈਸਟ ਕਿੱਟ ਦਿੱਤੀ ਜਾਊਗੀ। ਇਹਨੂੰ ਓਫੀਸ਼ੀਅਲੀ ਸਵਿਚ ਹੈਲਥ RT ਲੈਂਪ ਟੈਸਟ ਕਿੱਟ ਕਿਹਾ ਜਾ ਰਿਹਾ, ਜਿਹੜੀ ਤੁਹਾਨੂੰ ਕਿਸੇ ਵੀ ਫੋਰਨ ਟੈਸਟਿੰਗ ਫੈਸਿਲਿਟੀ ਦੇ ਵਿੱਚ ਜਾਣ ਦੀ ਲੋੜ ਨਹੀਂ। ਜਿਹੜੇ ਵੀ ਦੇਸ਼ ਦੇ ਵਿੱਚ ਗਏ ਹੋ ਉੱਥੇ ਤੁਹਾਨੂੰ ਕਿਤੇ ਟੈਸਟ ਕਰਾਉਣ ਜਾਣ ਦੀ ਲੋੜ ਨਹੀਂ। ਜਿਹੜੇ ਏਅਰ ਕੈਨੇਡਾ ਤੇ ਸਵਿਚ ਹੈਲਥ, ਉਹ ਦੋਵੇਂ ਕਸਟਮਰ ਨੂੰ ਇਹ ਆਪਸ਼ਨ ਦੇਣਗੇ ਕਿ ਉਹ ਇਹ ਟੈਸਟ ਕਰਕੇ ਵਾਪਸ ਸਿੱਧੇ ਕੈਨੇਡਾ ਆ ਸਕਣ। ਜਿਹੜਾ ਇੱਕ ਡਿਜੀਟਲ ਟੂਲ ਹੋਊਗਾ, ਜਿਹੜਾ ਤੁਸੀਂ ਸਬਮਿਟ ਕਰਨਾ ਹੋਊਗਾ ਕੋਵਿਡ-19 ਟੈਸਟ ਰਿਜ਼ਲਟ। ਤੇ ਇਹ ਦੂਜੀ ਗੱਲ ਆ ਕਿ ਜਿਹੜੀ ਟੈਸਟ ਕਿੱਟ ਆ, ਜਿਹੜੇ ਲੋਕ ਏਅਰ ਕੈਨੇਡਾ ਦੇ ਨਾਲ ਟਰੈਵਲ ਕਰਨਗੇ, ਏਅਰ ਕੈਨੇਡਾ ਦੇ ਵਿੱਚ ਆਉਣਗੇ, ਉਹਨਾਂ ਦੇ ਲਈ ਸਿਰਫ ਅਵੇਲੇਬਲ ਹੋਊਗਾ। ਤੇ ਇਹ ਜਿਹੜੀਆਂ ਦੂਜੇ ਕਿਸੇ ਕੰਮ ਦੇ ਲਈ ਅਵੇਲੇਬਲ ਨਹੀਂ ਹੋ ਸਕਦਾ। ਕੀਮਤ ਇਹਦੀ ਦੱਸਦੇ ਆ ਦੋਸਤੋ, ਜਿਹੜੇ ਏਰੋਪਲੇਨ ਮੈਂਬਰਸ ਨੇ, ਜਿਨ੍ਹਾਂ ਕੋਲੇ ਪੁਆਇੰਟ ਹੁੰਦੇ ਆ, ਉਹਨਾਂ ਨੂੰ ਖਾਸ ਤੌਰ ਦੇ ਉੱਤੇ ਛੋਟ ਦਿੱਤੀ ਗਈ ਆ। ਤੇ ਜਿਹੜੀ ਐਂਟੀਜਨ ਟੈਸਟ ਕਿੱਟ ਆ ਉਹ $79 ਦੀ, ਤੇ ਪਲੱਸ ਜਿਹੜੇ ਟੈਕਸਿਸ ਨੇ, ਇੱਕ ਕਿੱਟ ਦੇ ਵਿੱਚ 2 ਟੈਸਟ ਹੁੰਦੇ ਆ। ਤੇ ਦੂਜੀ ਜਿਹੜੀ ਪੋਰਟੇਬਲ RT ਲੈਂਪ ਟੈਸਟ ਕਿੱਟ ਆ ਉਹ $149 ਦੀ ਪਲੱਸ ਟੈਕਸਿਸ ਹੋਣਗੇ। ਸੋ ਜਿਹੜਾ ਆਪਣਾ ਕਾਰਡ ਆ ਉਹ ਵੀ ਯੂਜ਼ ਕਰ ਸਕਦੇ ਆ। ਤੇ ਇਹ ਹੌਲੀ ਹੌਲੀ ਜਿਹੜਾ ਬਾਕੀ ਥਾਵਾਂ ਦੇ ਉੱਤੇ ਵੀ ਅਵੇਲੇਬਲ ਕੀਤੀ ਜਾਊਗੀ। ਜਿਹੜਾ ਰਿਜ਼ਲਟ ਹੈਗੇ RT ਲੈਂਪ ਜਾਂ ਰੈਪਿਡ ਐਂਟੀਜਨ ਟੈਸਟ ਕਿੱਟ ਦੇ, ਕਹਿੰਦੇ 45 ਮਿੰਟ ਦੇ ਵਿੱਚ ਤੁਹਾਡੇ ਕੋਲ ਜਿਹੜੇ ਉਪਲਬਧ ਹੋਣਗੇ। ਟੈਸਟ ਕਰਨਾ ਕਿੱਦਾਂ ਆ, ਇਹ ਰਿਮੋਟ ਸੁਪਰਵਿਜ਼ਨ ਹੋਊਗੀ ਟੈਲੀ ਹੈਲਥ ਪ੍ਰੋਫੈਸ਼ਨਲ ਦੇ ਲਈ। ਮਤਲਬ ਤੁਹਾਡੇ ਫੋਨ ਦੇ ਉੱਤੇ ਜਾਂ ਕਿਸੇ ਤਰੀਕੇ ਦੇ ਨਾਲ ਉਹ ਤੁਹਾਨੂੰ ਦੱਸੂਗਾ ਤੇ ਫਿਰ ਤੁਸੀਂ ਸਵਿਚ ਹੈਲਥ ਤੇ ਜਾ ਕੇ ਇਹ ਟੈਸਟ ਕਰੋਗੇ ਤੇ ਇਲੈਕਟ੍ਰੋਨਿਕ ਰਿਪੋਰਟ ਤੁਹਾਡੇ ਕੋਲ ਆ ਜਾਊਗੀ। ਤੇ ਜਿਹੜੇ ਇਹ ਸਵਿਚ ਹੈਲਥ ਟੈਲੀ ਹੈਲਥ ਹੋਊਗੀ ਉਹ 4 ਘੰਟੇ 7 ਦਿਨ ਅਵੇਲੇਬਲ ਹੋਊਗੀ। ਸੋ ਰੈਪਿਡ ਐਂਟੀਜਨ ਟੈਸਟ ਵੀ ਦੁਨੀਆ ਦੇ ਵਿੱਚ ਕਿਤੇ ਵੀ ਯੂਜ਼ ਕੀਤੀ ਜਾ ਸਕਦੀ। ਤੁਹਾਡੇ ਕੋਲ ਇੱਕ ਮੋਬਾਈਲ ਚਾਹੀਦਾ, ਇੰਟਰਨੈਟ ਚਾਹੀਦਾ, ਕਿਸੇ ਲੈਬੋਰਟਰੀ ਜਾਣ ਦੀ ਲੋੜ ਨਹੀਂ, ਆਪਣੇ ਆਪ ਹੀ ਤੁਹਾਨੂੰ ਦੱਸ ਦੇਣਗੇ ਤੇ ਤੁਹਾਡਾ ਟੈਸਟ ਹੋ ਕੇ ਰਿਜ਼ਲਟ ਤੁਹਾਡੇ ਕੋਲ ਆ ਜਾਊਗਾ। ਇੱਕ ਨਵੀਂ ਚੀਜ਼ ਜਿਹੜੀ ਆ ਇਹ ਏਅਰ ਕੈਨੇਡਾ ਨੇ ਸ਼ੁਰੂ ਕੀਤੀ ਆ। ਜਿੱਦਾਂ ਜਿੱਦਾਂ ਟਰੈਵਲ ਵੱਧ ਰਿਹਾ ਉੱਦਾਂ ਇਸ ਤਰ੍ਹਾਂ ਦੀਆਂ ਨਵੀਆਂ ਜਿਹੜੀਆਂ ਵਿਧੀਆਂ ਕੱਢੀਆਂ ਜਾ ਰਹੀਆਂ, ਜਿਹਦੇ ਨਾਲ ਲੋਕਾਂ ਨੂੰ ਸਮੱਸਿਆ ਨਾ ਹੋਵੇ। ਬਹੁਤ ਸਾਰੇ ਜਿਹੜੇ ਦੇਸ਼ ਨੇ ਉਹ ਫੁੱਲੀ ਵੈਕਸੀਨੇਟਡ ਕੈਨੇਡੀਅਨ ਨੂੰ ਕੁਆਰੰਟਾਈਨ ਤੋਂ ਸਕਿਪ ਕਰਨ ਨੂੰ ਕਹਿ ਦਿੰਦੇ ਆ। ਜਿੱਦਾਂ ਇੰਡੀਆ ਦੇ ਵਿੱਚ ਚਲੇ ਜਾਂਦੇ ਆ ਤੁਸੀਂ, ਵੈਕਸੀਨੇਸ਼ਨ ਪੂਰੀ ਹੋਈ ਹੈ ਤਾਂ ਉੱਥੇ ਜਾ ਕੇ ਆਈਸੋਲੇਸ਼ਨ ਨਹੀਂ ਕਰਨੀ ਪੈਂਦੀ। ਤੇ ਇਸੇ ਤਰ੍ਹਾਂ ਹੀ 30 ਅਕਤੂਬਰ ਤੋਂ ਜਿਹੜੇ ਟਰੈਵਲਰ ਨੇ ਕੈਨੇਡੀਅਨ ਏਅਰਪੋਰਟਸ ਦੇ ਉੱਤੇ ਜਾਂ VRAL ਦੇ ਉੱਤੇ ਜਾਂ ਰੌਕੀ ਮਾਊਂਟਨ ਟ੍ਰੇਨ ਦੇ ਉੱਤੇ ਜਾਂ ਉਹਨਾਂ ਨੂੰ ਫੁੱਲੀ ਵੈਕਸੀਨੇਟਡ ਹੋਣਾ ਜ਼ਰੂਰੀ ਹੈ। ਗ੍ਰੇਸ ਪੀਰੀਅਡ ਦਿੱਤਾ ਗਿਆ ਸੀ। ਸੋ ਹੁਣ ਇਸ ਸਾਰੇ ਕੁਛ ਦੇ ਵਿੱਚ ਸਵਿਚ ਹੈਲਥ ਦੇ ਨਾਲ ਏਅਰ ਕੈਨੇਡਾ ਦਾ ਕੀਤਾ ਗਿਆ ਯਤਨ ਕਾਫੀ ਚੰਗਾ ਯਤਨ ਮੰਨਿਆ ਜਾ ਰਿਹਾ ਕਿ ਇਹਦੇ ਨਾਲ ਲੋਕਾਂ ਨੂੰ ਸੌਖ ਹੋਊਗੀ। ਕਿਉਂਕਿ ਬਹੁਤ ਸਾਰੀ ਕਨਫਿਊਜ਼ਨ ਲੋਕਾਂ ਦੇ ਵਿੱਚ ਹੁੰਦੀ ਹੈ ਜਦੋਂ ਤੁਸੀਂ ਕੈਨੇਡਾ ਨੂੰ ਛੱਡ ਕੇ ਕਿਸੇ ਹੋਰ ਦੇਸ਼ ਦੇ ਵਿੱਚ ਜਾਣਾ, ਉਸ ਵੇਲੇ ਟੈਸਟ ਕਰਾਉਣ ਦੀਆਂ ਕਈ ਸਾਰੀਆਂ ਲੋਕੇਸ਼ਨ ਨੇ ਔਰ ਉਹਨਾਂ ਦੇ ਵੱਖਰੇ ਵੱਖਰੇ ਰੇਟ ਨੇ। ਕੋਈ $200, ਕੋਈ $300, ਕੋਈ $150। ਇੱਕ ਸਮਝ ਨਹੀਂ ਆਉਂਦਾ ਵਿਅਕਤੀ ਨੂੰ ਕਿ ਉਹ ਟੈਸਟ ਕਿੱਥੋਂ ਕਰਵਾਵੇ ਤੇ ਕਿਹੜਾ ਕਰਵਾਵੇ। ਇਹਦੇ ਨਾਲ ਕਾਫੀ ਸੌਖ ਹੋਣ ਦੀ ਆਸ ਕੀਤੀ ਜਾ ਰਹੀ ਹੈ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।